ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। आओ ਉਹਦੇ ਦਰ ਘਰ ਵਿੱਚ ਕਿਹੜੇ ਕਿਹੜੇ ਉਹਨੂੰ ਧਿਆ ਰਹੇ ਨੇ, ਗਾ ਰਹੇ ਨੇ, ਇਹ ਸਾਰੀ ਵਿਆਖਿਆ ਉਸ ਅਕਾਲ ਪੁਰਖ ਦੀ ਉਸਤਤ ਮਹਿਮਾ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਬਿਆਨ ਕਰਨਗੇ। ਔਰ ਇਹ ਵੀ ਮੈਂ ਮਾਫੀ ਮੰਗ ਕੇ ਬੇਨਤੀ ਕਰਦਿਆਂ ਵੀ ਇਹ ਆ ਜਹਾਨ ਸਮਾਜ ਜਿਹਦੇ ਵਿੱਚ ਅਸੀਂ ਤੁਸੀਂ ਰਹਿ ਰਹੇ ਹਾਂ, ਇਹ ਉਹਦਾ ਹੀ ਦਰ ਘਰ ਹੈ। ਉਹਦਾ ਦਰ ਘਰ ਨਾ ਹੁੰਦਾ ਅਸੀਂ ਵੀ ਨਹੀਂ ਸੀ ਹੋਣਾ। ਅਸੀਂ ਰਹਿ ਰਹੇ ਹਾਂ ਤੇ ਗੁਰੂ ਸਵਾਰੀ ਸਾਧ ਸੰਗਤ ਉਹਦੇ ਹੀ ਸਾਜੇ ਹੋਏ ਦਰ ਘਰ ਵਿੱਚ ਰਹਿ ਰਹੇ ਹਾਂ। ਇਹ ਸਾਨੂੰ ਭੁਲੇਖਾ ਹੈ ਵੀ ਆ ਮੇਰਾ ਘਰ ਆ, ਉਹਦਾ ਹੈ, ਆ ਉਹਦਾ ਹੈ। ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਇਸ ਸ੍ਰਿਸ਼ਟੀ ਰੂਪੀ ਦਰ ਘਰ ਨੂੰ ਸਾਜਦਾ ਹੀ ਨਾ ਤੇ ਅਸੀਂ ਕਿੱਥੇ ਬਹਿੰਦੇ ਖਲੋਂਦੇ, ਸਵਾਲ ਪੈਦਾ ਹੁੰਦਾ ਹੈ। ਇਹ ਉਹਦਾ ਹੀ ਦਰ ਘਰ ਹੈ। ਔਰ ਉਹਦੇ ਦਰ ਘਰ ਵਿੱਚ ਹੋਰ ਕੌਣ ਕੌਣ ਨੇ ਉਹਦੀ ਸਿਫਤ ਕਰਨ ਵਾਲੇ। ਆਓ ਫਿਰ ਇੱਕ ਵਾਰ ਅਸੀਂ ਇਸ ਪਾਵਨ ਪਵਿੱਤਰ ਪੌੜੀ ਦੇ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ। ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ। ਤੋ ਗੁਰੂ ਸਵਾਰੀ ਸਾਧ ਸੰਗਤ ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸੋ ਦਰ ਦੇ ਸਿਰਲੇਖ ਹੇਠ ਰਾਗ ਆਸਾ ਦੇ ਅੰਦਰ ਉਚਾਰਨ ਕੀਤੀ ਹੋਈ ਗੁਰੂ ਨਾਨਕ ਸਾਹਿਬ ਮਹਿਲਾ ਪਹਿਲਾ ਦੀ ਇਹ ਰਚਨਾ ਹੈ। ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਬੋਲਾਂ ਦੇ ਉਚਾਰਨ ਕਰਤਾ ਨੇ। ਔਰ ਅੱਗੇ ਉਹਨਾਂ ਮੰਗਲ ਜਿਹੜਾ ਬਖਸ਼ਿਸ਼ ਕੀਤਾ ਹੈ ਵੀ ਪ੍ਰਮਾਤਮਾ ਇੱਕ ਹੈ, ਓੰਕਾਰ ਉਹਦਾ ਪਸਾਰਾ ਸਾਰੀ ਕਾਇਨਾਤ ਸ੍ਰਿਸ਼ਟੀ ਵਿੱਚ ਹੈ। ਔਰ ਨਾਲ ਕਹਿੰਦੇ ਸਤਿਗੁਰ ਪ੍ਰਸਾਦ। ਔਰ ਉਹ ਇੱਕ ਪ੍ਰਮਾਤਮਾ, ਉਹ ਗੁਰੂ ਦੀ ਕਿਰਪਾ ਦੇ ਦੁਆਰਾ ਜਿਹੜਾ ਸੱਤ ਹੈ, ਉਹ ਗੁਰੂ ਦੀ ਕਿਰਪਾ ਦੇ ਦੁਆਰਾ ਮਿਲਣਾ ਹੈ। ਅੱਗੇ ਫਿਰ ਸ਼ੁਰੂ ਕੀਤਾ ਪਾਵਨ ਬਚਨ, ਕਹਿੰਦੇ ਸੋ ਦਰ ਤੇਰਾ ਕੇਹਾ। ਹੇ ਵਾਹਿਗੁਰੂ, ਤੇਰਾ ਜਿਹੜਾ ਦਰ ਘਰ ਹੈ, ਕੇਹਾ ਦਾ ਅਰਥ ਵਿਸਮਾਦੀ ਹੈ। ਵੀ ਹੇ ਵਾਹਿਗੁਰੂ, ਜਿਹੜਾ ਤੇਰਾ ਦਰ ਘਰ ਹੈ ਨਾ, ਇਹ ਜਿਹੜਾ ਤੁਸੀਂ ਸਿਰਜਿਆ, ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਕੇਹਾ ਸ਼ਬਦ ਵਿਸਮਾਦੀ ਹੈ ਵੀ ਹੇ ਵਾਹਿਗੁਰੂ, ਤੇਰਾ ਇਹ ਦਰ ਘਰ ਕਿੱਦਾਂ ਦਾ ਹੈ ਜਿੱਥੇ ਬਹਿ ਕੇ ਤੁਸੀਂ ਤਮਾਮ ਜੀਵਾਂ ਦੀ ਸੰਭਾਲ ਕਰ ਰਹੇ ਹੋ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਣ ਹਾਰੇ। ਹੇ ਵਾਹਿਗੁਰੂ ਜੀ, ਤੁਹਾਡੇ ਇਸ ਦਰ ਘਰ ਦੇ ਅੰਦਰ ਬੇਅੰਤ ਪ੍ਰਕਾਰ ਦੇ ਵਾਜੇ ਵੱਜ ਰਹੇ ਨੇ, ਬੇਅੰਤ ਪ੍ਰਕਾਰ ਦੇ ਸੰਗੀਤ, ਬਿਨਾਂ ਖੇਚਲ ਕੀਤੇ ਤੋਂ, ਬਿਨਾਂ ਕਿਸੇ ਵਾਜੇ ਦੀ ਸੁਰ ਛੇੜੇ ਤੋਂ, ਬਿਨਾਂ ਕਿਸੇ ਤੰਤੀ ਸਾਜ਼ ਦੀ ਤਾਰ ਨੂੰ ਹੱਥ ਲਾਏ ਤੋਂ ਵਾਜੇ ਵੱਜ ਰਹੇ ਨੇ। ਕਿਹੜੇ ਵਾਜੇ ਜੀ? ਹਵਾ ਵਗਦੀ ਏ ਔਰ ਅਸੀਂ ਤੁਸੀਂ ਬੋਲਦੇ ਹਾਂ। ਜੇ ਇਹ ਹਵਾ ਸੰਗੀਤਕ ਰੂਪ ਵਿੱਚ ਨਾ ਹੋਵੇ, ਰਾਗ ਨਾ ਹੋਵੇ, ਤੇ ਇੱਕ ਦੂਸਰੇ ਤੱਕ ਇਹ ਨਾਦ, ਇਹ ਆਵਾਜ਼ ਸੁਣਾਈ ਨਹੀਂ ਦੇਗਾ। ਔਰ ਹਜ਼ੂਰ ਮਿਹਰ ਕਰਦੇ ਨੇ, ਕਹਿੰਦੇ ਨੇ ਹੇ ਵਾਹਿਗੁਰੂ, ਵਾਜੇ ਤੇਰੇ ਨਾਦ ਅਨੇਕ ਅਸੰਖਾਂ। ਬੇਅੰਤੀ ਤੇਰੀ ਕੁਦਰਤ ਦੇ ਅੰਦਰ ਇਸ ਤਰ੍ਹਾਂ ਦੇ ਵਾਜੇ ਵੱਜ ਰਹੇ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਔਰ ਕਹਿੰਦੇ ਨੇ ਕੇਤੇ ਤੇਰੇ ਬਾਵਨ ਹਾਰੇ। ਕੇਤੇ ਬੇਅੰਤੀ ਐਸੇ ਨੇ ਜਿਹੜੇ ਇਸ ਤਰ੍ਹਾਂ ਵਾਜਿਆਂ ਨੂੰ ਵਜਾ ਵਜਾ ਕੇ ਵੀ ਤੁਹਾਡੀ ਸਿਫਤ, ਤੁਹਾਡੀ ਜਿਹੜੀ ਮਹਿਮਾ ਦੇ ਗੁਣ, ਉਹ ਗੁਣ ਗਾਇਨ ਕਰ ਰਹੇ ਹਨ। ਕੀਤੇ ਤੇਰੇ ਰਾਗ ਪਰੀ ਸਿਉ ਕਹੀਐ
ਕੀਤੇ ਤੇਰੇ ਗਾਵਣ ਹਾਰੇ। ਹਜ਼ੂਰ ਨਾਲ ਮੇਰ ਕਰ ਰਹੇ ਨੇ, ਕਹਿੰਦੇ ਨੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ। ਕੀਤੇ ਰਾਗ, ਕਿੰਨੇ ਰਾਗ ਨੇ ਔਰ ਕਿੰਨੇ ਹੀ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਨੇ। ਕੀਤੇ ਤੇਰੇ ਰਾਗ ਪਰੀ ਸਿਉ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਹੇ ਵਾਹਿਗੁਰੂ, ਤੁਹਾਡੇ ਇਸ ਸਿਰਜੇ ਹੋਏ ਦਰ ਘਰ ਦੇ ਅੰਦਰ ਬੇਅੰਤ ਰਾਗ ਨੇ ਤੇ ਬੇਅੰਤ ਉਹਨਾਂ ਰਾਗਾਂ ਦੇ ਦੁਆਰਾ ਤੁਹਾਡੀ ਉਸਤਤ ਮਹਿਮਾ ਸਿਫਤ ਕਰਨ ਵਾਲੇ ਵੀ ਬੇਅੰਤ ਹਨ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਹਜ਼ੂਰ ਮੇਰ ਕਰਦੇ ਨੇ, ਹੇ ਵਾਹਿਗੁਰੂ, ਤੁਹਾਡੇ ਇਸ ਦਰ ਘਰ ਦੇ ਅੰਦਰ ਤੁਹਾਨੂੰ ਬੇਅੰਤ ਗਾ ਰਹੇ ਨੇ। ਕਿਹੜੇ ਕਿਹੜੇ ਉਹਨਾਂ ਗਾਉਣ ਵਾਲਿਆਂ ਦੀ ਹੁਣ ਸ਼ੁਰੂਆਤ ਕਰ ਰਹੇ ਨੇ ਹਜ਼ੂਰ ਸੱਚੇ ਪਾਤਸ਼ਾਹ। ਕਹਿੰਦੇ ਨੇ ਗਾਵਣ ਤੁਧਨੋ ਪਵਨ, ਹਵਾ, ਪਾਣੀ ਔਰ ਨਾਲ ਬੈਸੰਤਰ ਅੱਗ। ਕਹਿੰਦੇ ਹੇ ਵਾਹਿਗੁਰੂ, ਤੁਹਾਨੂੰ ਪੌਣ ਵੀ, ਪਾਣੀ ਵੀ, ਅੱਗ ਵੀ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਹਵਾ ਹੈ, ਵਾਹਿਗੁਰੂ ਦੀ ਹੁਕਮ ਵਿੱਚ ਪੈਦਾ ਕੀਤੀ ਹੋਈ ਪਾਣੀ ਹੈ, ਵਾਹਿਗੁਰੂ ਦੇ ਹੁਕਮ ਵਿੱਚ ਹੀ ਅੱਗ ਹੈ, ਉਹਦੇ ਭਾਣੇ ਵਿੱਚ ਚੱਲ ਰਹੇ ਨੇ। ਤੋ ਕਹਿੰਦੇ ਇਹ ਪੌਣ ਪਾਣੀ ਜਿਹੜੇ ਤੁਹਾਡੇ ਹੁਕਮ ਵਿੱਚ ਨੇ। ਬਾਣੀ ਦੀ ਪਾਵਨ ਪੰਕਤੀ ਅਸੀਂ ਤੁਸੀਂ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ। ਵਾਹਿਗੁਰੂ ਦੀ ਜਿਹੜੀ ਹੁਕਮ ਵਿੱਚ ਚੱਲਣਾ ਨਾ, ਕੋਈ ਸਵਾਲ ਕਰਦੇ ਜੀ ਪੌਣ ਕਿਵੇਂ ਰੱਬ ਨੂੰ ਗਾ ਰਹੀ ਹੈ, ਅੱਗ ਕਿਵੇਂ ਰੱਬ ਦੇ ਗੁਣ ਗਾ ਰਹੀ ਹੈ ਜੀ, ਪਾਣੀ ਕਿਵੇਂ ਰੱਬ ਦੇ ਗੁਣ ਗਾ ਰਿਹਾ ਜੀ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਹਜ਼ੂਰ ਕਹਿੰਦੇ ਨੇ ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ। ਸਿਫਤ ਸਲਾਹਣ, ਤੇਰੀ ਹੁਕਮ ਤੇਰੀ ਰਜ਼ਾ ਦੇ ਵਿੱਚ ਤੇਰੇ ਪੈਦਾ ਕੀਤੇ ਜਿਹੜੇ ਤੱਤ ਅਕਾਲ ਪੁਰਖ ਵਾਹਿਗੁਰੂ, ਇਹ ਤੁਹਾਡੇ ਨਿਜ਼ਮ ਦੇ ਵੱਧ ਚੱਲ ਰਹੇ ਨੇ ਨਾ। ਉਹ ਪੌਣ ਹੈ ਪਾਣੀ, ਉਹਦੇ ਹੁਕਮ ਵਿੱਚ ਚੱਲਣਾ ਹੀ ਉਹਨੂੰ ਗਾਉਣਾ ਹੈ। ਰੱਬ ਦੀ ਰਜ਼ਾ ਵਿੱਚ ਚੱਲਣਾ ਹੀ ਰੱਬ ਦੀ ਗੁਣ ਗਾਉਣੇ ਨੇ, ਰੱਬ ਦਾ ਨਾਮ ਜਪਣਾ। ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ, ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ, ਇਹ ਉਹਦੀ ਸਿਫਤ ਸਲਾਹ ਹੈ। ਹਵਾ ਉਹਦੇ ਹੁਕਮ ਵਿੱਚ ਹੈ। ਬਚਨ ਪੜ੍ਹਦੇ ਹੋ ਆਸਾ ਜੀ ਦੀ ਵਾਰ ਵਿੱਚ, ਭੈ ਵਿੱਚ ਪਵਨ ਬਹਿ ਸਦ ਵਾਓ। ਪਾਣੀ ਉਹਦੇ ਹੁਕਮ ਵਿੱਚ ਹੈ, ਅੱਗ ਉਹਦੇ ਹੁਕਮ ਵਿੱਚ ਹੈ। ਤੋ ਹਜ਼ੂਰ ਕਹਿੰਦੇ ਨੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਧਰਮ ਰਾਜ ਜਿਹਦਾ ਨਾਮ ਸੁਣ ਕੇ ਬੰਦਾ ਭੈਭੀਤ ਹੋ ਜਾਂਦਾ ਹੈ। ਕਿਉਂ? ਇਹਦੇ ਮੁਤਲਕ ਜਿਹੜੀ ਜਾਣਕਾਰੀ ਸਾਡੇ ਤੁਹਾਡੇ ਤੱਕ ਪਹੁੰਚੀ, ਉਹ ਇਹ ਪਹੁੰਚੀ ਹੈ ਵੀ ਧਰਮ ਰਾਜ ਉਹ ਸਾਡੇ ਤੁਹਾਡੇ ਜ਼ਿੰਦਗੀ ਭਰ ਦੇ, ਮੰਨ ਲਓ 60 ਸਾਲ ਦੀ ਸਾਡੀ ਲਾਈਫ ਹੈ, ਜੀਵਨ ਹੈ, ਉਸ 60 ਸਾਲ ਦੇ ਅਸੀਂ ਪੀਰੀਅਡ ਵਿੱਚ ਕੀ ਕੀਤਾ ਹੈ, ਚੰਗਾ ਕੀਤਾ ਹੈ, ਮਾੜਾ ਕੀਤਾ ਹੈ, ਜੋ ਵੀ ਕੀਤਾ ਹੈ, ਵਿਚਾਰ ਇਹ ਹੈ ਵੀ ਉਹਦੇ ਸਾਹਮਣੇ ਜਾ ਕੇ ਇੱਕ ਦਿਨ ਚੰਗਾ ਤੇ ਮਾੜਾ ਉਹ ਫੋਲਿਆ ਜਾਣਾ ਹੈ। ਜੋ ਚੰਗਾ ਕੀਤਾ ਹੈ, ਜੋ ਮਾੜਾ ਕੀਤਾ ਹੈ, ਮਾੜਾ ਮਾੜਾ ਰਹੇਗਾ, ਚੰਗਾ ਚੰਗਾ ਰਹੇ। ਚੰਗਾ ਮਾੜਾ ਨਹੀਂ ਹੋ ਸਕਦਾ, ਮਾੜਾ ਚੰਗਾ ਨਹੀਂ ਹੋ ਸਕਦਾ। 2 ਮਿੰਟ ਆਪ ਸੰਗਤ ਦੇ ਜ਼ਰੂਰ ਲਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀਆਂ ਉਹ ਸਚਾਈਆਂ ਨੇ ਜਿਹੜੀਆਂ ਸਿੱਖੋ ਅੱਜ ਸਾਨੂੰ ਬਾਣੀ ਨਾਲ ਜੁੜ ਕੇ ਪਤਾ ਚੱਲਣਗੀਆਂ। ਜੁੜਨ ਤੋਂ ਮੁਰਾਦ ਵੀ ਬਾਣੀ ਨੂੰ ਪੜ੍ਹਨਾ, ਵਿਚਾਰਨਾ, ਸਮਝਣਾ, ਫਿਰ ਉਹਨੂੰ ਆਪਣੇ ਜੀਵਨ ਵਿੱਚ ਜਿਉਣਾ। ਮਨ ਦਾ ਸੁਭਾਅ ਬੇਈਮਾਨੀ ਕਰਨੀ, ਮਨ ਦਾ ਸੁਭਾਅ ਚੋਰੀ ਕਰਨੀ। ਬਾਣੀ ਪੜ੍ਹੀਏ ਸਹਿਜ ਪਾਠ ਰੂਪ ਰਾਹੀਂ ਗੁਰੂ ਦਾ ਬਚਨ ਆ ਗਿਆ ਵੀ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਤੇ ਮਨ ਦਾ ਸੁਭਾਅ ਸੀ ਚੋਰੀ ਕਰ। ਮਨ ਨੂੰ ਉਸੇ ਵੇਲੇ ਜਦੋਂ ਇਹਦੇ 'ਚ ਫੁਰਨਾ ਆਵੇ ਵੀ
ਫਲਾਣੇ ਦੀ ਚੀਜ਼ ਪਈ ਹੈ ਦਾ ਮਾਰ ਲਓ, ਕਿਹੜਾ ਵੇਖਣ ਡਿਆ? ਇਹਨੂੰ ਕਹਿਣਾ ਵੀ ਤੇਰਾ ਗੁਰੂ ਕਹਿੰਦਾ, ਜਿਹਨੂੰ ਤੂੰ ਮੱਥਾ ਟੇਕਦਾ ਹੈ, ਉਹ ਕਹਿੰਦਾ ਵੀ ਇਹ ਕੰਮ ਚੰਗਾ ਨਹੀਂ। ਤੇ ਜਿਹੜਾ ਕੰਮ ਚੰਗਾ ਨਹੀਂ ਗੁਰੂ ਨੇ ਵਰਜਿਤਾ ਹੈ, ਮਨ ਕਹਿੰਦਾ ਕਰ ਲਓ, ਪਰ ਅਸੀਂ ਕਹਿਣਾ ਵੀ ਨਹੀਂ, ਇਹ ਚੰਗਾ ਨਹੀਂ ਹੈ। ਬਾਣੀ ਇਸ ਲਈ ਪੜ੍ਹਨੀ ਹੈ ਵੀ ਜਿੱਧਰੋਂ ਬਾਣੀ ਮੋੜਦੀ ਉੱਧਰੋਂ ਮੁੜਨਾ, ਜਿੱਧਰ ਗੁਰਬਾਣੀ ਤੋਰਦੀ ਉੱਧਰ ਤੁਰਨਾ। ਸਾਹਿਬ ਕਹਿੰਦੇ ਨੇ, ਹੇ ਵਾਹਿਗੁਰੂ, ਤੁਹਾਡੇ ਦਰ ਦੇ ਉੱਪਰ ਗਾ ਰਿਹਾ ਤੁਹਾਨੂੰ ਜਿਹੜਾ ਹੈ ਉਹ ਧਰਮ ਰਾਜ ਵੀ ਗਾਵੇ, ਰਾਜਾ ਧਰਮ ਦੁਆਰੇ। ਹੁਣ ਗੱਲ ਇਹ ਹੈ ਬਈ ਇਹ ਧਰਮ ਰਾਜ ਕੀ ਹੈ, ਇਹਦਾ ਭੈ ਕਿਹਨੂੰ ਹੈ ਜੀ, ਜਾਂ ਇਹਦੇ ਤੋਂ ਭੈ ਭੀਤ ਕੌਣ ਹੈ? ਭੈ ਭੀਤ ਵੀ ਹੋਵੇਗਾ ਨਾ ਵੀ ਜਿਹਨੇ ਪਹਿਲਾਂ ਗੁਰੂ ਦੀ ਗੱਲ ਨਹੀਂ ਮੰਨੀ, ਮਨਮਾਨੀਆਂ ਕਰਦਾ ਰਿਹਾ। ਡਰ ਤਾਂ ਉਹਨੂੰ ਹੈ ਨਾ ਜਿਹਨੇ ਬਣਾਏ ਕਾਨੂੰਨ ਦੀ ਮਰਜ਼ਾਦਾ ਨੂੰ ਤੋੜਿਆ। ਕਾਨੂੰਨ ਬਣਿਆ ਵੀ ਲਾਲ ਬੱਤੀ ਨਹੀਂ ਉਲੰਘਣੀ, ਡਰ ਤਾਂ ਉਹਨੂੰ ਹੈ ਨਾ। ਤੇ ਜੇ ਉਹ ਜੰਪ ਕਰਦੀ ਬੱਤੀ ਤੋਂ, ਅਗਲੇ ਪਾਸੇ ਖੜੋਤੇ ਨੇ, ਉਹ ਕਹਿੰਦੇ ਵੀ ਲਿਆ ਵੀ ਕੱਢ 100 ਦਾ ਨੋਟ, ਇੱਥੇ ਤੈਨੂੰ ਚਲਾਨ ਭੁਗਤਣਾ ਪਏਗਾ। ਤੇ ਜਿਹੜਾ ਬਿਲਕੁਲ ਲਾਲ ਬੱਤੀ ਨੂੰ ਵੇਖ ਕੇ ਪਹਿਲੋਂ ਹੀ ਖਲੋ ਗਿਆ ਵੀ ਕੋਈ ਨਹੀਂ ਗ੍ਰੀਨ ਹੋਏਗੀ ਤੇ ਲੰਘਣਾ ਹੈ, ਉਹਨੂੰ ਕਾਹਦਾ ਡਰ ਉਹਨਾਂ ਵਰਦੀਆਂ ਵਾਲੇ ਦਾ ਵੀ ਇਹ ਚਲਾਨ ਕੱਟ ਦੇਣਗੇ। ਅਸੀਂ ਗੁਰੂ ਦੀ ਦਿੱਤੀ ਮਰਜ਼ਾਦਾ ਨੂੰ ਮੰਨਣਾ ਨਹੀਂ, ਫਿਰ ਧਰਮਰਾਜ ਤੋਂ ਡਰਦੇ ਹਾਂ। ਉਹ ਹੈ ਨਹੀਂ, ਗੱਲ ਛੱਡੋ ਤੁਸੀਂ। ਡਰ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਦਾ ਧਰਮਰਾਜ ਨਾਲ ਵਾਹ ਪੈਣਾ। ਜਿਨਨੇ ਗੁਰੂ ਦੇ ਦਿੱਤੇ ਬਚਨ ਨੂੰ ਹੀ ਮੰਨਿਆ, ਕਮਾਇਆ ਹੈ, ਗੁਰੂ ਦੀ ਦਿੱਤੀ ਮਰਜ਼ਾਦਾ ਦੀ ਉਹਨੇ ਉਲੰਘਣਾ ਨਹੀਂ ਕੀਤੀ, ਉਹਨੂੰ ਧਰਮਰਾਜ ਦੀ ਕਾਹਦੀ ਪਰਵਾਹ ਜੀ। ਤੁਸੀਂ ਬੱਤੀ ਤੇ ਖੜੋਤੇ ਹੋਏ ਪੁਲਿਸਮੈਨ ਉਹ ਦੂਜੇ ਨੂੰ ਥੋੜ੍ਹਾ ਠੱਲਦੇ ਨੇ, ਰੋਕਦੇ ਨੇ। ਜਿਹੜਾ ਸੀਟ ਬੈਲਟ ਨਹੀਂ ਲਾਏਗਾ ਜਾਂ ਗੱਡੀ ਗਲਤ ਡਰਾਈਵ ਕਰੇਗਾ, ਗਲਤ, ਉਹਨੂੰ ਹੀ ਰੋਕ ਕੇ ਪੁੱਛਣਾ ਹੈ ਨਾ, ਜਿਹਨੇ ਮਰਜ਼ਾਦਾ ਦੀ ਉਲੰਘਣਾ ਕੀਤੀ। ਜਿਹੜਾ ਚਾਲੀ ਨਿਯਮ ਦੇ ਪਾਬੰਦ ਰਿਹਾ ਉਹਨੂੰ ਉਹ ਥੋੜ੍ਹਾ ਪੁੱਛਦੇ ਨੇ। ਧਰਮ ਰਾਜ ਹੈ ਜਾਂ ਨਹੀਂ, ਪੁੱਛੇਗਾ ਜਾਂ ਨਹੀਂ ਪੁੱਛੇਗਾ, ਇਹ ਗੱਲ ਬਾਤ ਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਬਖਸ਼ਿਸ਼ ਕਰਦੇ ਵੀ ਇਹ ਜਿਹੜਾ ਧਰਮ ਰਾਜ ਦਾ ਨਾਮ ਸੁਣ ਕੇ ਤੁਸੀਂ ਡਰਦੇ ਆ, ਡਰਨ ਦੀ ਲੋੜ ਨਹੀਂ। ਇਹ ਵੀ ਉਹਦੇ ਦਰ ਤੋਂ ਕੋਈ ਵੱਡਾ ਨਹੀਂ, ਇਹ ਉਸ ਸਿਰਜੇ ਰੱਬ ਨਾਲੋਂ ਵੱਡਾ ਨਹੀਂ। ਇਹ ਵੀ ਉਹਦੇ ਦਰ ਘਰ ਦੇ ਬੂਹੇ ਤੇ ਖੜੋਤਾ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਗਾ ਰਿਹਾ, ਧਿਆ ਰਿਹਾ। ਜਿਹਨੂੰ ਗਾਉਣ ਧਿਆਉਣ ਦਾ ਤੈਨੂੰ ਗੁਰੂ ਹੁਕਮ ਕਰ ਰਿਹਾ ਵੀ ਤੂੰ ਵੀ ਗਾ, ਤੂੰ ਵੀ ਧਿਆ। ਤੇ ਜਦੋਂ ਤੂੰ ਵੀ ਗਾਉਣ ਲੱਗ ਜਾਏਗਾ, ਉਹਦੀ ਸਿਫਤ ਸਲਾਹ ਕਰਨ ਲੱਗ ਜਾ, ਉਹਦੇ ਹੁਕਮ 'ਚ ਚੱਲਣ ਲੱਗ ਜਾਏਗਾ, ਤੇ ਫਿਰ ਤੈਨੂੰ ਧਰਮਰਾਜ ਦਾ ਕਾਹਦਾ ਡਰ ਜੀ। ਸਾਹਿਬ ਕਹਿੰਦੇ ਨੇ, ਹੇ ਵਾਹਿਗੁਰੂ, ਤੁਹਾਡੇ ਦਰ ਤੇ ਧਰਮ ਰਾਏ ਖੜੋਤਾ ਹੋਇਆ ਵੀ ਤੁਹਾਡੀ ਸਿਫਤ ਸਲਾਹ ਕਰ ਰਿਹਾ ਹੈ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਅਗਲੇਰੇ ਬਚਨ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਚਿੱਤਰ ਗੁਪਤ ਜਿਹਦੇ ਮੁਤਲਕ ਮਨੌਤ ਹੈ ਵੀ ਇਹ ਬੰਦੇ ਦੇ ਕੀਤੇ ਹੋਏ ਇਹ ਖੂਫੀਆ ਤੰਤਰ ਹੈ, ਸਿਰਜਿਆ ਆ ਬਈ ਉਹ ਬੰਦੇ ਦੀ ਹਰ ਗਤੀਵਿਧੀ ਦੇ ਉੱਪਰ ਧਿਆਨ ਰੱਖਦੇ, ਕਿਹੜੇ ਵੇਲੇ ਕੀ ਕਰ ਰਿਹਾ, ਕਿਹੜੇ ਵੇਲੇ ਕੀ ਕਰ ਰਿਹਾ, ਔਰ ਉਹ ਗੁਪਤ ਰੂਪ ਦੇ ਰਾਹੀਂ ਨੋਟ ਕਰੀ ਜਾਂਦੇ ਨੇ। ਚਿੱਤਰ ਗੁਪਤ। ਖੈਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਇਹਨਾਂ ਬੋਲਾਂ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ, ਹੇ ਵਾਹਿਗੁਰੂ, ਤੇਰੇ ਦਰ ਤੇ ਇਹ ਚਿੱਤਰ ਗੁਪਤ ਤੁਹਾਡੇ ਨਾਲੋਂ ਕੋਈ ਵੱਡਾ ਉਹਦਾ ਨਹੀਂ ਰੱਖਦੇ। ਇਹ ਵੀ ਤੁਹਾਡੇ ਦਰ ਤੇ ਧਰਮ ਰਾਏ ਦੇ ਨਾਲ ਖੜੋਤੇ ਹੋਏ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਨੇ। ਜਿਹਦੀ ਸਿਫਤ ਸਲਾਹ ਕਰਨ ਦਾ, ਗਾਉਣ ਦਾ, ਧਿਆਉਣ ਦਾ, ਜਿਹਦੇ ਹੁਕਮ ਵਿੱਚ ਚੱਲਣ ਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਦਾਇਤ ਦੇ ਰਹੀ ਹੈ। ਚਿੱਤਰ ਗੁਪਤ ਤੋਂ ਡਰੀਏ ਤਾਂ ਜੇ ਅਸੀਂ ਪਹਿਲਾਂ ਧਰਮ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਨਹੀਂ ਮੰਨਣਾ, ਤਾਂ ਫਿਰ ਤਾਂ ਉਹਨਾਂ ਦਾ ਭੈ ਹੋਏਗਾ। ਤੇ ਜਿਨ੍ਹਾਂ ਧਰਮ ਦੀ ਦਿੱਤੀ ਹੋਈ ਸਿੱਖਿਆ ਨੂੰ, ਬਾਣੀਕਾਰਾਂ ਦੇ ਬੋਲਾਂ ਨੂੰ ਪਹਿਲ ਦੇ ਆਧਾਰ ਤੇ ਜੂਇਆ ਹੈ, ਉਹਨਾਂ ਨੂੰ ਕਾਹਦੀ ਚਿੰਤਾ, ਉਹ ਨਿਸ਼ਚਿੰਤ ਨੇ। ਤੋ ਗੁਰੂ ਸੱਚੇ ਪਾਤਸ਼ਾਹ ਸਾਨੂੰ ਵੀ ਇਸ ਚਿੱਤਰ ਗੁਪਤ ਦੀ ਗੱਲ ਸਾਡੇ ਸਮਕਸ਼ ਰੱਖਦਿਆਂ ਕਹਿੰਦੇ ਨੇ, ਭਾਈ ਇਹਨਾਂ ਤੋਂ ਨਾ ਡਰ,
ਇਹ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਖਲੋਤੇ ਉਹਦੀ ਸਿਫਤ ਉਹਦੀ ਵਡਿਆਈ ਕਰ ਰਹੇ ਨੇ। ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਹਦੀ ਸਿਫਤ ਕਰਿਆ ਕਰ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਨਾਲ ਹੀ ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਹੇ ਵਾਹਿਗੁਰੂ ਤੁਹਾਡੇ ਦਰ ਤੇ ਤੁਹਾਨੂੰ ਗਾਵਨ ਤੁਧਨੋ ਈਸ਼ਰ ਸ਼ਿਵ ਭਗਵਾਨ ਬ੍ਰਹਮਾ ਜੀ ਔਰ ਇਹਨਾਂ ਦੇ ਨਾਲ ਹੋਰ ਬੇਅੰਤ ਦੇਵੀ ਦੇਵਤੇ ਜਿਹੜੇ ਨੇ ਉਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਖਲੋਤੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਉਹਦੀ ਵਡਿਆਈ ਉਹਦੀ ਮਹਿਮਾ ਕਰ ਰਹੇ ਨੇ। ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਸਵਾਰੀ ਸਾਧ ਸੰਗਤ ਆਪਾਂ ਬਚਨ ਪੜ੍ਹਦੇ ਹਾਂ ਤੋ ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਵੀ ਸਾਨੂੰ ਅਵਤਾਰ ਪੂਜਾ ਵਾਲੇ ਪਾਸਿਓਂ ਮੋੜ ਕੇ ਤੇ ਨਿਰੰਕਾਰ ਅਕਾਲ ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਨਾਲ ਜੋੜਦੇ ਨੇ। ਸਭ ਕਹਿੰਦੇ ਨੇ ਭਾਈ ਸ਼ਿਵ ਵੀ ਬ੍ਰਹਮਾ ਵੀ ਇਹਨਾਂ ਦੇ ਨਾਲ ਅਨੇਕਾਂ ਦੇਵੀਆਂ ਦੇਵਤੇ ਇਹ ਵੀ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਸੱਤਾ ਦੇ ਵਿੱਚ ਉਹਦੇ ਦਰ ਤੇ ਖੜੋਤੇ ਉਹਨੂੰ ਗਾ ਰਹੇ ਨੇ ਤੇ ਆ ਰਹੇ ਨੇ। ਭਾਵ ਇਹ ਹੈ ਬਈ ਇਹ ਸ਼ਿਵ ਭੋਲੇਨਾਥ ਬ੍ਰਹਮਾ ਇਹ ਦੇਵੀਆਂ ਇਹ ਦੇਵਤੇ ਕੋਈ ਅਕਾਲ ਪੁਰਖ ਨਾਲੋਂ ਅੱਗੇ ਵੱਡੇ ਨਹੀਂ, ਇਹ ਵੀ ਉਹਦੀ ਸਿਰਜਣਾ ਨੇ, ਇਹ ਵੀ ਉਹਦੀ ਪੈਦਾਇਸ਼ ਵਿੱਚ ਨੇ। ਅਸੀਂ ਤੁਸੀਂ ਅਜੇ ਤੱਕ ਸਿਰਫ ਇੱਕ ਬ੍ਰਹਮਾ ਦੀ ਗੱਲ ਕਰਦੇ ਹਾਂ ਵੀ ਜਿਨ੍ਹਾਂ ਨੇ ਆ ਜਹਾਨ ਸਿਰਜਿਆ ਹੈ, ਪਰ ਤੁਸੀਂ ਬਾਣੀ ਪੜ੍ਹੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਹੀਂ ਇੱਕ ਨਹੀਂ ਬਲਕਿ ਕੋਟ ਬ੍ਰਹਮੇ ਜਗ ਸਾਜਣ ਲਾਏ। ਹੁਣ ਇੱਕ ਜਾਣੇ ਨੇ ਇਕੱਲੀ ਧਰਤੀ ਬਣਾਉਣੀ ਹੁੰਦੀ ਉਹਦਾ ਕੀ ਬਣਦਾ, ਔਖਾ ਸੀ ਨਾ। ਔਰ ਉਹ ਹੋ ਸਕਦਾ ਵੀ ਕਿੰਨੇ ਯੁੱਗ ਲੱਗ ਜਾਂਦੇ ਉਹ ਤਾਂ ਵੀ ਨਾ ਵਿਚਾਰਾ ਬਣਾ ਸਕਦਾ। ਇਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਬਈ ਉਹਨੇ ਕਿਹਾ ਬਈ ਇਹ ਤਮਾਮ ਕੁਦਰਤ ਸਿਰਜੀ ਜਾਏ, ਸਿਰਜੀ ਗਈ। ਪੜ੍ਹਦੇ ਹੋ ਨਾ ਬਚਨ ਪਿੱਛੇ ਵਿਚਾਰ ਰੂਪ ਰਾਹੀਂ ਸ਼ਰਵਣ ਕਰ ਚੁੱਕੇ ਹੋ ਵੀ ਕੀਤਾ ਪਸਾਓ ਏਕੋ ਇੱਕ ਬੋਲ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਵੀ ਇਹ ਸਭ ਕੁਝ ਪਸਾਰਾ ਪਸਰ ਜਾਏ ਬਣ ਜਾਏ ਤੇ ਬਣ ਗਿਆ। ਹੁਣ ਕਹੀਏ ਵੀ ਇਸ ਬਣਾਏ ਨੂੰ ਢਾਉਣ ਵਾਸਤੇ ਉਹਨੂੰ ਯੁੱਗ ਲੱਗ ਜਾਣਗੇ, ਨਹੀਂ। ਜੇ ਉਹਦੇ ਇੱਕ ਬੋਲ ਨਾਲ ਇਹ ਸਭ ਕੁਝ ਹੋਂਦ 'ਚ ਆ ਗਿਆ ਤੇ ਉਹਦੇ ਇੱਕ ਬੋਲ ਨਾਲ ਸਭ ਕੁਝ ਤਹਿਸ ਨਹਿਸ ਬਣਾ ਵੀ ਹੋ ਜਾਣਾ। ਤੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਅਕਾਲ ਪੁਰਖ ਦੇ ਦਰ ਤੇ ਇਹ ਸ਼ਿਵ ਇਹ ਬ੍ਰਹਮਾ ਜੀ ਔਰ ਬੇਅੰਤ ਦੇਵੀਆਂ ਬੇਅੰਤ ਦੇਵਤੇ ਉਹਦੇ ਦਰ ਤੇ ਖਲੋਤੇ ਹੋਏ ਉਹਦੀ ਸਿਫਤ ਸਲਾਹ ਕਰ ਰਹੇ ਨੇ। ਭਾਵ ਕੀ ਹੈ ਜੀ? ਭਾਵ ਇਹ ਹੈ ਵੀ ਤੂੰ ਜੇ ਕਵੇਂ ਵੀ ਮੈਂ ਭੋਲੇਨਾਥ ਨੂੰ ਖੁਸ਼ ਕਰ ਲਾਂ ਬ੍ਰਹਮਾ ਜੀ ਨੂੰ ਖੁਸ਼ ਕਰ ਲਾਂ ਇਹ ਦੇਵੀਆਂ ਤੇ ਉਹ ਕਿੰਨੀ ਗਿਣਤੀ ਹੈ 33 ਕਰੋੜ ਹੈ। ਅਰਜ਼ ਕੀਤੀ ਸੀ ਨਾ ਬਈ ਹੁਣ 33 ਕਰੋੜ ਨੂੰ ਖੁਸ਼ ਕਰਨਾ ਹੈ। ਪਹਿਲੀ ਤਾਂ ਗੱਲ ਇਹ ਹੈ ਵੀ ਤੁਸੀਂ ਵੇਖਿਆ ਹੈ ਆਪ ਸੂਝਵਾਨ ਬੈਠੇ ਹੋ ਪੜ੍ਹੇ ਲਿਖੇ ਉੱਚੇ ਉੱਚੇ ਅਹੁਦਿਆਂ 'ਤੇ ਤੁਸੀਂ ਅਫੀਸਰੀਆਂ ਕੀਤੀਆਂ ਹੋਣੀਆਂ ਨੇ। ਤੁਸੀਂ ਵੇਖੋ ਵੀ ਕਿਸੇ ਇੱਕ ਵੱਡੀ ਸੰਸਥਾ ਦੇ ਵਿੱਚ ਜਿੱਥੇ 5 10 15 20 ਇੱਕੋ ਅਹੁਦੇ ਦੇ ਅਫੀਸਰ ਕੰਮ ਕਰ ਰਹੇ ਹੋਣ, ਉਹਨਾਂ ਦੀ ਇੱਕ ਯੂਨਿਟ ਹੋਵੇ, ਉਹਦੇ ਹੇਠਾਂ ਜਿਹੜਾ ਵਿਚਾਰਾ ਬੰਦਾ ਚੌਂਕੀਦਾਰ ਦਾ ਜਾਂ ਪਾਣੀ ਧਾਣੀ ਪਿਉਣ ਦਾ ਕੰਮ ਕਰਦਾ ਜਾਂ ਹੋਰ ਛੋਟੀਆਂ ਮੋਟੀਆਂ ਫਾਈਲਾਂ ਕੱਢ ਕੇ ਫੜਾਉਣੀਆਂ, ਤੁਸੀਂ ਵੇਖਿਆ ਵੀ ਉਹ 15 20 ਅਫੀਸਰਾਂ ਦੇ ਥੱਲੇ ਇਕੱਲਾ ਬੰਦਾ ਕੰਮ ਕਰਨ ਉਹਦੇ ਨੱਕ 'ਚ ਦਮ ਆਇਆ ਹੁੰਦਾ ਬਈ ਕੋਈ ਕਹਿੰਦਾ ਆਹ ਕਰ, ਉਹ ਸੋਚਦਾ ਵੀ ਜੇ ਇਹਨੂੰ ਨਾ ਕਰ ਦਿੱਤੀ ਤੇ ਕੰਮ ਖਰਾਬ ਹੋ ਜਾਣ। ਉਧਰੋਂ ਦੂਜਾ ਹੁਕਮ ਚਲਾ ਰਿਹਾ, ਉਹ ਵਿਚਾਰਾ ਛੱਛੋ ਪੰਜੇ 'ਚ ਵੀ ਮੈਂ ਇਹਦਾ ਕੰਮ ਪਹਿਲਾਂ ਕਰਾਂ ਜਾਂ ਉਹਦਾ ਕਰਾਂ, ਕਿਹਨੂੰ ਮਨਾਵਾਂ ਤੇ ਕਿਹਨੂੰ ਰੁਸਾਵਾਂ, ਬੜਾ ਔਖਾ ਹੋ ਜਾਂਦਾ ਹੈ ਨਾ। ਇੱਕ 20 25 ਅਫੀਸਰਾਂ ਦੇ ਹੇਠਾਂ ਕੰਮ ਕਰਨ ਵਾਲਾ ਬੰਦਾ ਉਹਦੇ ਲਈ ਉਹਨਾਂ ਹੇਠਾਂ ਇੱਦਾਂ ਹਰ ਇੱਕ ਦਾ ਹੁਕਮ ਮੰਨਣਾ ਔਖਾ ਹੈ।
ਇੱਕ ਕਹੇਗਾ ਕੁਛ ਕਰ, ਦੂਜਾ ਕਹੇਗਾ, ਔਰ ਨਾਲ ਦੀ ਨਾਲ ਤੀਜੇ ਹੁਕਮ ਕਰ ਦੇਣਾ ਵੀ ਆਹ ਵੀ ਕੰਮ ਕਰਨਾ ਹੈ। ਬੜੀ ਉਹਨੂੰ ਪਰੇਸ਼ਾਨੀ। ਹੁਣ ਗੱਲ ਇਹ ਵੀ ਜਿਹੜੀ 33 ਕਰੋੜ ਦੀ ਗੱਲ ਹੈ ਵੀ ਜੇ ਅਸੀਂ ਕਹੀਏ ਵੀ ਇਹਨਾਂ ਨੂੰ ਖੁਸ਼ ਕਰ ਲਾਂਗੇ, ਤੇ ਪਹਿਲੀ ਗੱਲ ਵੀ ਉਹ 33 ਕਰੋੜ ਨੂੰ ਖੁਸ਼ ਕਰਨ ਵਾਸਤੇ ਕਿੰਨੇ ਜਨਮ ਚਾਹੀਦੇ ਨੇ? ਇੱਕ ਜਨਮ 'ਚ ਤਾਂ ਗੱਲ ਬਣਨੀ ਨਹੀਂ। ਕਿੰਨੇ ਜਨਮ ਚਾਹੀਦੇ ਨੇ? ਔਖਾ ਹੈ ਕੰਮ। ਫਿਰ ਤੁਸੀਂ ਇੱਕ ਵਾਲੇ ਪਾਸੇ ਜਾਓਗੇ ਤੇ ਦੂਜੇ ਨੇ ਨਾਰਾਜ਼ ਹੋ ਜਾਣਾ ਹੈ। ਕਿਹਨੂੰ ਕਿਹਨੂੰ ਖੁਸ਼ ਕਰਾਂਗੇ? ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਇਸ ਭਰਮ ਭੁਲੇਖੇ ਨੂੰ ਦੂਰ ਕਰਦਿਆਂ ਉਹ ਕਹਿੰਦੇ ਨੇ, ਭਾਈ ਇਹਨਾਂ ਤੋਂ ਡਰ ਨਾ। ਇਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਵਿੱਚ ਉਹਦੇ ਦਰ ਤੇ ਖਲੋਤੇ ਉਹਦੀ ਸਿਫਤ ਕਰ ਰਹੇ ਨੇ, ਉਹਨੂੰ ਧਿਆ ਰਹੇ ਨੇ, ਗਾ ਰਹੇ ਨੇ। ਇਹਨਾਂ ਦੇ ਹੱਥ ਵੱਸ ਵਿਚਾਰਿਆਂ ਦੇ ਕੁਝ ਨਹੀਂ। ਇਹ ਆਪ ਵਿਚਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਉਹਦੀ ਸਿਫਤ ਕਰ ਰਹੇ ਨੇ। ਤੇ ਚੇਤੇ ਰੱਖਿਓ, ਜਿਹਦੇ ਦਰ ਤੇ ਜਾ ਕੇ ਜਿਹਦੀ ਸਿਫਤ ਕੀਤੀ ਜਾਏ ਉਹ ਵੱਡਾ ਹੁੰਦਾ ਹੈ। ਸਿਫਤ ਕਰਨ ਵਾਲਾ ਵੱਡਾ ਨਹੀਂ ਹੁੰਦਾ, ਜਿਹਦੀ ਸਿਫਤ ਹੋ ਰਹੀ ਏ ਉਹ ਵੱਡਾ ਹੁੰਦਾ ਹੈ। ਤੁਸੀਂ ਫੈਸਲਾ ਕਰਿਓ ਹੁਣ ਬਈ ਇਹ ਵਿਚਾਰੇ ਅਕਾਲ ਪੁਰਖ ਦੇ ਦਰ ਤੇ ਅਕਾਲ ਪੁਰਖ ਦੀ ਸਿਫਤ ਕਰ ਰਹੇ ਨੇ, ਤੇ ਤੁਸੀਂ ਜਿਹਦੀ ਸਿਫਤ ਕੀਤੀ ਜਾ ਰਹੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹਦੇ ਨਾਲ ਜੁੜੋ। ਜਿਹੜੇ ਵਿਚਾਰੇ ਆਪ ਤੁਹਾਡੇ ਵਾਂਗੂ ਵੇਟਿੰਗ 'ਚ ਲੱਗ ਕੇ ਸਿਫਤ ਕਰ ਰਹੇ ਨੇ, ਤੁਸੀਂ ਉਹਨਾਂ ਨਾਲ ਕਿਉਂ ਜੁੜਦੇ ਹੋ? ਤੁਸੀਂ ਸਿੱਧੇ ਉਹਦੇ ਨਾਲ ਜੁੜੋ। ਔਰ ਇਹੀ ਕਾਰਨ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਨੂੰ ਅੱਜ ਬਾਣੀ ਵਿੱਚ ਬਖਸ਼ਿਆ ਹੈ ਵੀ ਹੇ ਵਾਹਿਗੁਰੂ, ਤੁਹਾਡੇ ਦਰ ਤੇ, ਤੁਹਾਡੇ ਦਰ ਘਰ ਦੇ ਬੂਹੇ ਤੇ ਕੀ ਭੋਲੇਨਾਥ, ਕੀ ਬ੍ਰਹਮਾ ਜੀ, ਇਹਨਾਂ ਦੇ ਨਾਲ ਬੇਅੰਤ ਦੇਵੀ ਦੇਵਤੇ। ਅਸਲ ਵਿੱਚ ਹੈ ਗੁਰੂ ਸਵਾਰਿਓ, ਇਹ ਤਾਕਤਾਂ ਸਨ, ਔਰ ਇਹਨਾਂ ਤਾਕਤਾਂ ਨੂੰ ਸਮਝਣ ਵਾਸਤੇ ਬੜੇ ਇਕਾਗਰ ਚਿੱਤ ਤੇ ਬੜੀ ਬੰਦੇ ਨੂੰ ਸੁਰਤੀ ਬਿਰਤੀ ਦਾ ਟਿਕਾ ਚਾਹੀਦਾ। ਉਹ ਬਣ ਨਹੀਂ ਸਕਿਆ। ਹੁਣ ਜਿਹੜੀ ਰੱਬ ਦੇ ਹੁਕਮ ਵਿੱਚ ਹਵਾ ਦੀ ਗੱਲਬਾਤ ਹੈ, ਉਹਨੂੰ ਸਮਝਣਾ ਉਸ ਫਿਲਾਸਫੀ ਨੂੰ ਔਖਾ ਹੈ। ਬੰਦੇ ਨੇ ਕੀ ਕੀਤਾ? ਉਹਨੇ ਇੱਕ ਕਾਗਜ਼ ਲੈ ਕੇ, ਥੋੜ੍ਹੀ ਜਿਹੀ ਮਿੱਟੀ ਲੈ ਕੇ ਜਾਂ ਕਾਗਜ਼ ਤੇ ਇੱਕ ਸ਼ਾਹੀ ਨਾਲ ਪਵਨ ਦਾ, ਹਵਾ ਦਾ ਦੇਵਤਾ ਬਣਾਤਾ। ਹੁਣ ਸਾਹਮਣੇ ਪਈ ਤਸਵੀਰ ਨੂੰ ਤੁਸੀਂ ਅੱਖਾਂ ਨਾਲ ਵੇਖ ਲਓ, ਗੱਲ ਨਿਬੜ ਗਈ। ਉਹਨੂੰ ਪੁੱਛਣ ਦੀ ਲੋੜ ਨਹੀਂ ਵੀ ਕੀ ਕਰਨਾ ਚਾਹੀਦਾ ਕੀ ਨਹੀਂ। ਪਰ ਕਾਗਜ਼ ਤੇ ਕੋਈ 4 ਹਰਫ ਲਿਖੇ ਹੋਣ, ਉਹ ਪੜ੍ਹਨ ਵਾਸਤੇ ਮਿਹਨਤ ਕਰਨੀ ਪੈਣੀ ਹੈ। ਇਹੀ ਕਾਰਨ ਬਈ ਇਹ ਸਭ ਕੁਝ ਤਸਵੀਰ ਦਾ ਯੁੱਗ ਜਿਹੜਾ ਉਹ ਆਜ਼ਾਦ ਹੋ ਗਿਆ ਵੀ ਕੰਮ ਸੌਖਾ ਹੈ। ਪਰ ਮੈਂ ਮਾਫੀ ਮੰਗ ਬੇਨਤੀ ਕਰਾਂਗਾ ਵੀ ਸਾਡੇ ਤੁਹਾਡੇ ਘਰਾਂ ਵਿੱਚੋਂ ਵਾਹਿਗੁਰੂ ਨਾ ਕਰੇ ਕਿਸੇ ਵਡੇਰੇ ਦਾ ਉਮਰ ਭੋਗ ਕੇ ਕੋਈ ਬਜ਼ੁਰਗ ਚਲਾਣਾ ਕਰ ਜੇ ਤੇ ਉਹਦੇ ਕੋਲ ਵਕਤ ਨਾ ਹੋਵੇ ਵੀ ਆਪਣੀ ਜਿਹੜੀ ਜ਼ਮੀਨ ਜਾਇਦਾਦ ਤੇ ਉਹ ਆਪਣੇ ਪੁੱਤਰਾਂ ਧੀਆਂ ਦੇ ਨਾਂ ਨਾ ਵਸੀਅਤ ਕਰਾ ਸਕਿਆ ਹੋਵੇ। ਸ਼ਬਦ ਨੂੰ ਸਮਝਣ ਦੀ ਮੈਂ ਬੇਨਤੀ ਕਰ ਰਿਹਾ। ਤੇ ਜਦੋਂ ਬਾਪੂ ਦਾ ਭੋਗ ਪੈ ਜੇ, ਅਸਥੀਆਂ ਜਲ ਪ੍ਰਵਾਹ ਹੋ ਜਾਣ, ਤੇ ਜਿਹੜੀ ਬਾਪੂ ਦੇ ਭੋਗ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅੰਤਮ ਅਰਦਾਸ ਵਿੱਚ ਫੋਟੋ ਰੱਖੀ ਸੀ, ਹੁਣ ਬਾਪੂ ਵਸੀਅਤ ਨਹੀਂ ਕਰਕੇ ਗਿਆ, ਨਾ ਉਹ ਬਿਆਨ ਦੇ ਕੇ ਗਿਆ ਹੈ। ਕਿਸੇ ਕੋਰਟ ਕਚਹਿਰੀ ਵਿੱਚ, ਕਿਸੇ ਤਹਿਸੀਲਦਾਰ ਦੇ ਸਾਹਮਣੇ, ਕਿਸੇ ਪਟਵਾਰੀ ਦੇ ਸਾਹਮਣੇ, ਕਿਸੇ ਹੁਣ ਉਹ ਬੱਚਿਆਂ ਨੇ ਆਪਣੇ ਨਾਂ ਆਪਣੇ ਬਾਪੂ ਦੀ ਜ਼ਮੀਨ ਕਰਾਉਣੀ ਹੈ, ਤੇ ਉਹ ਬੱਚੇ ਵਿਚਾਰੇ ਬਾਪੂ ਦੀ ਅੰਤਮ ਅਰਦਾਸ ਵਾਲੀ ਫੋਟੋ ਕੱਛੇ ਮਾਰਨ ਤੇ ਕਚਹਿਰੀ ਚੱਲ ਜਾਣ, ਜਾ ਕੇ ਉੱਥੇ ਕਿਸੇ ਜੱਜ ਨੂੰ, ਵਕੀਲ ਨੂੰ ਕਹਿਣ ਵੀ ਆਹ ਸਾਡਾ ਬਾਪੂ ਹੈ, ਇਹਦੀ ਅੰਤਮ ਅਰਦਾਸ ਤੇ ਹੀ ਫੋਟੋ ਰੱਖੀ ਸੀ। ਇਹ ਫੋਟੋ ਨੂੰ ਪੁੱਛ ਕੇ ਤੇ ਜਿਹੜੀ ਇਹਨਾਂ ਦੀ ਜ਼ਮੀਨ ਹੈ, ਅਸੀਂ ਇਹਨਾਂ ਦੇ ਮੁੰਡੇ ਆ, ਬੱਚੇ ਆ, ਸਾਡੇ ਨਾਮ ਕਰਾ ਦਿਓ। ਤੇ ਕੀ ਉਹ ਸਿਆਣਾ ਜਿਹੜਾ ਵੀ ਉੱਥੇ ਵਕਤ ਦਾ ਅਫੀਸਰ ਹੋਏਗਾ ਉਹ ਮੰਨ ਜਾਏਗਾ ਵੀ ਇਹ ਫੋਟੋ ਨਾਲ ਤੁਹਾਡੇ ਜਿਹੜੀ ਕੋਠੀ ਹੈ, ਪਲਾਟ ਹੈ, ਜਿਹੜੇ ਤੁਹਾਡੀ ਜ਼ਮੀਨ ਉਹ ਤੁਹਾਡੇ ਨਾਂ ਕਰਦੇ ਨੇ? ਮੰਨ ਜੂਗਾ? ਨਹੀਂ ਮੰਨਣਾ। ਉਹਨੇ ਕਹਿਣਾ ਚਲੇ ਜਾਓ, ਜਾਓ ਘਰੇ ਵੇਖੋ, ਸੰਦੂਕ ਸੰਦਾਖ ਫੋਲ ਕੇ ਕੋਈ ਛੋਟਾ ਮੋਟਾ ਕਾਗਜ਼ ਹੋਏਗਾ ਜਿੱਥੇ ਤੁਹਾਡਾ ਬਜ਼ੁਰਗ ਤੁਹਾਨੂੰ ਵਸੀਅਤ ਕਰਕੇ ਦੇ ਗਿਆ ਹੋਵੇ, ਥੱਲੇ ਸਾਈਨ ਹੋਣਗੇ, ਉੱਤੇ ਲਿਖਿਆ ਹੋਏਗਾ ਮੈਂ ਫਲਾਣਾ ਸਿੰਘ, ਮੇਰੇ ਫਲਾਣੇ ਫਲਾਣੇ ਆ ਧੀਆਂ ਪੁੱਤਰ ਨੇ, ਜੀਂਦੇ ਜੀ ਮਾਲਕ ਮੈਂ, ਮੇਰੇ ਮਰਨ ਤੋਂ ਬਾਅਦ ਇਹਦੇ ਮਾਲਕ ਇਹ। ਉੱਥੇ ਇੱਕ ਕਾਗਜ਼ ਬਾਪੂ ਦੀ ਥਾਂ ਬੋਲ ਰਿਹਾ ਨਾ, ਬਾਪੂ ਦੀ ਗੈਲਰੀ 'ਚ ਇੱਕ ਕਾਗਜ਼ ਚੱਲ ਰਿਹਾ ਹੈ, ਬਾਪੂ ਦੀ ਫੋਟੋ ਨਹੀਂ ਚੱਲ ਰਹੀ। ਅੱਜ ਜਿਹੜਾ ਬਾਪੂ ਸਾਨੂੰ ਬਾਣੀ ਰੂਪ ਰਾਹੀਂ ਗ੍ਰੰਥ ਦੇ ਗਿਆ ਹੈ,
ਉਧਰ ਨਹੀਂ ਅਸੀਂ ਤੁਰੇ, ਅਸੀਂ ਫੋਟੋਆਂ ਮਗਰ ਭੱਜ ਪਏ ਵੀ ਸ਼ਾਇਦ ਗੱਲ ਬਣ ਜੇਗੀ। ਇੱਕ ਛੋਟਾ ਜਿਹਾ ਦੁਨੀਆ ਦਾ ਕੰਮ ਇੱਕ ਫੋਟੋ ਨਾਲ ਨਹੀਂ ਹੋ ਸਕਦਾ। ਔਰ ਆਂਢ ਗੁਆਂਢ ਜਾਣਦਾ ਵੀ ਹਾਂ ਇਹਨਾਂ ਦੇ ਬਾਪੂ ਦੀ ਫੋਟੋ ਹੈ। ਤੁਸੀਂ ਸਾਰਾ ਪਿੰਡ ਘੇਰ ਕੇ ਲੈ ਜਾਓ ਵੀ ਇਹ ਫੋਟੋ ਨਾਲ ਗੱਲ ਬਣ ਜੇ, ਨਹੀਂ ਬਣਨੀ। ਗੱਲ ਬਣਨੀ ਹੈ ਕਾਗਜ਼ ਦੇ ਉੱਪਰ ਦਿੱਤੇ ਹੋਏ ਉਹਨਾਂ ਸ਼ਬਦਾਂ ਨਾਲ। ਫੇਰ ਸ਼ਬਦ ਗੁਰੂ ਕਿਉਂ ਨਹੀਂ ਹੋ ਸਕਦਾ ਜੀ? ਅੱਜ ਪੁੱਛੋ ਉਹਨਾਂ ਨੂੰ ਜਿਹੜੇ ਕਹਿੰਦੇ ਵੀ ਬਾਣੀ ਦਾ ਗੁਰੂ ਹੋ ਹੀ ਨਹੀਂ ਸਕਦਾ, ਸਰੀਰ ਗੁਰੂ ਹੈ। ਸਰੀਰ ਨਹੀਂ ਗੁਰੂ ਹੋ ਸਕਦਾ, ਅਸਲ ਵਿੱਚ ਸ਼ਬਦ ਹੀ ਗੁਰੂ ਹੋ ਸਕਦਾ ਹੈ। ਤਾਂ ਮੈਂ ਬੇਨਤੀ ਕਰਾਂ, ਫੋਟੋ ਨਾਲ ਜੁੜਨਾ ਸੌਖਾ ਸੀ। ਇਹੀ ਕਾਰਨ ਦੇਵੀਆਂ ਦੇਵਤਿਆਂ ਦੀਆਂ ਫੋਟੋਆਂ ਬੰਦੇ ਨੇ ਸੌਖੀਆਂ ਸੀ ਵੀ ਇਹਨਾਂ ਸਾਹਮਣੇ ਧੂਪ ਬੱਤੀ ਕਰ ਲਾਂਗੇ, ਛੱਡੋ ਕੀ ਪੜਾਂਗੇ, ਕਿੱਧਰ ਦਿਮਾਗ ਲਾਵਾਂਗੇ, ਸਮਝਣ ਸਮਝਾਉਣ ਦਾ ਬੜਾ ਲੰਬਾ ਚੌੜਾ ਚੱਕਰ ਛੱਡੋ। ਫੋਟੋ ਬਣਾ ਲਈ, ਮੱਥਾ ਟੇਕ ਲਿਆ, ਖੁਸ਼ ਹੋ ਗਏ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਇਹ ਭੋਲੇਨਾਥ, ਬ੍ਰਹਮਾ ਜੀ ਔਰ ਬੇਅੰਤ ਦੇਵੀ ਦੇਵਤੇ ਇਹ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਉਹਦੇ ਦਰ ਤੇ ਕਰ ਰਹੇ ਹਨ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਇੰਦਰ ਭਗਵਾਨ ਇਹ ਵੀ ਆਪਣੀ तमाम ਮੰਤਰੀ ਮੰਡਲ ਦੇ ਨਾਲ ਬੈਠੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਨੇ। ਇੱਥੇ ਇੰਦਰ ਜੀ ਹੋਰਾਂ ਦੀ ਜਿਹੜੀ ਮਹਿਮਾ ਹੈ ਉਹਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੂੰਝ ਕੱਤਿਆ ਵੀ ਭਾਈ ਇਹ ਕੋਈ ਵੱਡਾ ਨਹੀਂ ਹੈ। ਸਾਡਾ ਪਿੰਡਾਂ ਨਗਰਾਂ 'ਚ ਰਹਿੰਦਿਆਂ ਵੇਖਿਆ ਵੀ 4 ਦਿਨ ਮੀਂਹ ਨਾ ਪਵੇ ਤੇ ਬਜ਼ੁਰਗ ਫਿਰ ਕਾਹਲੇ ਪੈ ਜਾਂਦੇ ਨੇ ਵੀ ਫਸਲ ਬੀਜਣੀ ਹੈ ਤੇ ਬਰਸਾਤ ਲੇਟ ਹੋ ਗਈ ਤੇ ਉਹ ਵਿਚਾਰੇ ਇਧਰੋਂ ਦੇਗ ਬਣਾ, ਉਧਰੋਂ ਲੰਗਰ ਲਾ, ਪਾਣੀ ਬਣਾ। ਤੇ ਪੁੱਛੀਦਾ ਵੀ ਇਹ ਕੀ ਕਰ ਰਹੇ ਹੋ ਜੀ? ਇਹ ਇੰਦਰ ਭਗਵਾਨ ਨੂੰ ਖੁਸ਼ ਕਰ ਰਹੇ ਆ। ਐਤਕੀ ਤਾਂ ਵਿਚਾਰਾ ਉਹ ਵੀ ਰੁੱਸਿਆ ਰਿਹਾ ਹੈ। ਕਿੰਨਾ ਕੁਝ ਲੋਕ ਵਿਚਾਰੇ ਕੰਜਕਾਂ ਪੂਜੋ ਕਰ ਖੱਪ ਖੂਪ ਕੇ ਜਦੋਂ ਹਟ ਗਏ ਨਾ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਉਹਦੇ ਹੁਕਮ 'ਚ ਹੈ ਜਦੋਂ ਉਹਨੇ ਪਾਉਣਾ ਪਾ ਦੇਣਾ, 2 ਕੁ ਦਿਨ ਹੀ ਆਇਆ ਹੈ ਤੇ ਫਿਰ ਸਿਰ ਤੇ ਬਾਂਹ ਰੱਖ ਲਈ ਵੀ ਹੁਣ ਕਿਉਂ ਆ ਗਿਆ, ਬਸ ਕਰ ਹੁਣ। ਇਹ ਸਾਡਾ ਸੁਭਾਅ ਹੈ ਵੀ ਉਹਦੀ ਰਜਾ 'ਚ ਰਾਜੀ ਨਹੀਂ ਰਹਿਣਾ। ਬਾਣੀ ਕਹਿੰਦੀ ਨਹੀਂ, ਤੂੰ ਰਜਾ 'ਚ ਰਾਜੀ ਰਹੇਗਾ ਤੇ ਗੱਲ ਸ਼ੁਰੂਆਤ ਸ਼ੁਰੂ ਹੋਣੀ ਹੈ। ਪੜ੍ਹ ਦਿਓ ਨਾ ਬਚਨ, ਕਿਆ ਉੱਠ ਦੇਖੋ ਬੱਪੜੇ ਇਸ ਮੇਘ ਗਏ ਹੱਥ ਕਿਛ ਨਾ ਹੈ। ਬੱਦਲ ਦੀ ਛੋਟੀ ਜਿਹੀ ਟੁਕੜੀ ਅਸਮਾਨ, ਬੰਦਾ ਕਹਿੰਦਾ ਵਰ ਜਾ, ਪੈ ਜਾ ਕਿਤੇ, ਪੈ ਜਾ 4 ਛਿੱਟੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹਨੂੰ ਵਿਚਾਰੇ ਨੂੰ ਕੀ ਤੂੰ ਇਸ਼ਾਰੇ ਕਰ ਰਿਹਾ? ਇਹਨੂੰ ਵੀ ਪਿੱਛੋਂ ਅਕਾਲ ਪੁਰਖ ਦਾ ਹੁਕਮ ਹੋਵੇਗਾ ਤੇ ਕੰਮ ਚੱਲਣਾ ਹੈ, ਨਹੀਂ ਤੇ ਇਹਦੀ ਪਾਇਆ ਨਹੀਂ। ਬਈ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਇਹ ਇੱਕ ਪਾਣੀ ਦਾ ਕਤਰਾ ਵੀ ਸੁੱਟ ਜਾਣ। ਤੇ ਬਾਣੀ ਕਹਿੰਦੀ ਫਿਰ ਇਹਨਾਂ ਦੀ ਲਿਲਕੜੀਆਂ ਕੱਢਣੀਆਂ ਬੰਦ ਕਰ, ਤੂੰ ਸਿੱਧਾ ਅਕਾਲ ਪੁਰਖ ਨਾਲ ਜੁੜ, ਜਿਹਦੇ ਹੁਕਮ 'ਚ ਸਭ ਕੁਝ ਹੋ ਰਿਹਾ ਹੈ। ਵੈਸੇ ਤਾਂ ਕਹਿੰਦੇ ਵੀ ਜਿਹੜਾ ਬਰਸਾਤ ਹੈ ਉਹ ਇੰਦਰ ਭਗਵਾਨ ਦੇਵਤਾ ਜੀ ਹੋਰਾਂ ਦਾ ਉਹ ਮੰਤਰੀ ਨੇ ਇਸ ਮਹਿਕਮੇ ਦੇ। ਮੈਂ ਪਿੱਛੇ ਵੀ ਬੇਨਤੀ ਕੀਤੀ, ਪਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਨਹੀਂ, ਇਹ ਮੀਂਹ ਪਵਾਉਣਾ ਜਾਂ ਨਾ ਪਵਾਉਣਾ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵੱਸ ਹੈ। ਉਹਦਾ ਚਿੱਤ ਕਰੇਗਾ ਉਹ ਪਾਏਗਾ, ਉਹਦਾ ਚਿੱਤ ਕਰੇਗਾ ਤੇ ਉਹਨੇ ਨਹੀਂ ਪਾਉਣਾ। ਦੁਨੀਆ ਜੋ ਮਰਜ਼ੀ ਕਰਕੇ ਹਟ ਜਾਏ ਪਰ ਉਹਦੀ ਮਰਜ਼ੀ, ਉਹਦੀ ਰਜ਼ਾ ਹੈ। ਸਾਹਿਬ ਕਹਿੰਦੇ ਹੋ ਇੰਦਰ ਵੀ ਆਪਣੇ तमाम ਦੇਵਤਿਆਂ ਦੇ ਨਾਲ ਬੈਠੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਸਲਾਹ ਕਰ ਰਹੇ ਹਨ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਤੋ ਗੁਰੂ ਸਵਾਰੀ ਸਾਧ ਸੰਗਤ ਇਸ ਪਾਵਨ ਪਵਿੱਤਰ ਪੰਕਤੀ ਦੇ ਅੰਦਰ ਸਾਹਿਬ ਕਹਿੰਦੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਅਕਾਲ ਪੁਰਖ ਦੇ ਦਰ ਤੇ ਬੜੇ ਬੜੇ ਸਿੱਧ, ਬੜੇ ਬੜੇ ਪੁੱਗੇ ਹੋਏ, ਬੜੇ ਬੜੇ ਘਾਲਣ ਵਾਲੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਨੇ। ਆਓ ਸਮਾਂ ਸਮਾਪਤ ਹੈ, ਬਾਕੀ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਇੱਕ ਵਾਰ ਇਹਨਾਂ ਪਾਵਨ ਪੰਕਤੀਆਂ ਦਾ ਅਖੀਰ ਵਿੱਚ ਪਾਠ ਸ਼ਰਵਣ ਕਰਕੇ ਸਮਾਪਤੀ ਕਰੀਏ ਜੀ। ਭੁੱਲ ਚੁੱਕ ਦੀ ਖਿਮਾ ਮੰਗਦੇ ਹਾਂ। ਆਓ
ਇਹਨਾਂ ਪਾਵਨ ਪਵਿੱਤਰ ਬੋਲਾਂ ਨੂੰ ਸ਼ਰਵਣ ਕਰਕੇ ਸਮਾਪਤੀ ਕਰੀਏ ਜੀ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ ਕਰੀਏ ਗੁਰ ਵਿਚਾਰ ਨਾਨਕ ਬੇ